ਵਿਆਹ ਜਿਹੜਾ ਹੈ ਉਹ ਪਤੀ ਨੂੰ ਬਲੈਕਮੇਲ ਕਰਨ ਦਾ ਜਿਹੜਾ ਹੈ ਧੰਦਾ ਬਣ ਕੇ ਰਹਿ ਗਿਆ ਹੈ। ਇਸ ਦੇ ਵਿੱਚ ਸਮਾਜ ਅਤੇ ਕਾਨੂੰਨ ਦਾ ਜਿਹੜਾ ਹੈ ਬਹੁਤ ਵੱਡਾ ਹੱਥ ਹੈ। ਸਮਾਜ ਵੀ ਜਿਹੜਾ ਹੈ ਔਰਤ ਦਾ ਪੱਖ ਕਰਦਾ ਹੈ ਅਤੇ ਕਾਨੂੰਨ ਵੀ ਜਿਹੜਾ ਹੈ ਔਰਤ ਵੱਲ ਉਸ ਦਾ ਝੁਕਾਅ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਹੈ ਪਤਨੀਆਂ ਨੇ ਇਸ ਕਾਨੂੰਨ ਦਾ ਫਾਇਦਾ ਉਠਾ ਕੇ ਆਪਣੇ ਪਤੀ ਅਤੇ ਉਸਦੇ ਪਰਿਵਾਰ ਨੂੰ ਤੰਗ ਕਰਨ ਦੀ ਨੀਅਤ ਨਾਲ, ਬਲੈਕਮੇਲ ਕਰਨ ਦੀ ਨੀਅਤ ਨਾਲ ਜਿਹੜਾ ਹੈ ਤੰਗ ਕੀਤਾ ਜਾਂਦਾ ਹੈ। ਹੁਣ ਤੱਕ ਤਾਂ ਇੱਥੋਂ ਤੱਕ ਫੈਸਲੇ ਆ ਚੁੱਕੇ ਹਨ। ਸੁਪਰੀਮ ਕੋਰਟ ਵੀ ਇਹ ਗੱਲ ਕਹਿ ਚੁੱਕੀ ਹੈ ਕਿ ਤਕਰੀਬਨ 90-95% ਜਿਹੜੇ ਹੈ ਪਤਨੀਆਂ ਵੱਲੋਂ ਕੇਸ ਝੂਠੇ ਕੀਤੇ ਜਾਂਦੇ ਹਨ। ਅੱਜ ਦੀ ਵੀਡੀਓ ਦੇ ਵਿੱਚ ਜੋ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ, ਜਿਸ ਜੱਜਮੈਂਟ ਦਾ ਜ਼ਿਕਰ ਕਰਾਂਗਾ, ਕਿਸ ਤਰ੍ਹਾਂ ਇੱਕ ਪਤਨੀ ਨੇ 8 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਪਤੀ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਪਤੀ ਦੇ ਭੋਲੇ ਬਣਨ ਦਾ ਜਿਹੜਾ ਹੈ ਨਜਾਇਜ਼ ਫਾਇਦਾ ਉਠਾਇਆ। ਪਤੀ ਨੇ ਕੋਰਟ ਦੇ ਵਿੱਚ ਸ਼ਿਕਾਇਤ ਵੀ ਕੀਤੀ। ਈਵਨ ਦੈਨ ਜਿਹੜਾ ਹੈ ਹਾਈ ਕੋਰਟ ਨੇ ਉਹ ਪੈਸੇ ਵਾਪਸ ਕਰਾਉਣ ਤੋਂ ਜਿਹੜਾ ਹੈ ਇਨਕਾਰ ਕਰ ਦਿੱਤਾ ਅਤੇ ਪਤਨੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਇਹ ਕਹਿ ਦਿੱਤਾ ਕਿ ਜਿਹੜਾ ਹੈ ਪਤਨੀ ਕੋਲ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਜਿਹੜੀ ਹੈ ਕੰਸੈਂਟ ਜਾਂ ਆਪਣੀ ਟਰਮ ਨੂੰ ਕਿਸੇ ਟਾਈਮ ਵੀ ਜਿਹੜਾ ਹੈ ਵਿਡਰਾਅ ਕਰ ਸਕਦੀ ਹੈ। ਇਸ ਦੇ ਸੰਬੰਧ ਵਿੱਚ ਮੈਂ ਅੱਜ ਤੁਹਾਡੇ ਨਾਲ ਪੂਰੀ ਤਰ੍ਹਾਂ ਜਾਣਕਾਰੀ ਕਰਾਂਗਾ। ਜੋ ਮੈਂ ਤੁਹਾਡੇ ਲਈ ਕਾਨੂੰਨ ਦੀ ਜਾਣਕਾਰੀ ਲੈ ਕੇ ਆਉਂਦਾ ਹਾਂ, ਪ੍ਰੈਕਟੀਕਲ ਲੈਵਲ 'ਤੇ ਜੋ ਕੋਰਟਸ ਦੇ ਵਿੱਚ ਹੁੰਦਾ ਹੈ ਜਾਂ ਜੋ ਜੱਜਮੈਂਟ ਪਾਸ ਕੀਤੀਆਂ ਜਾਂਦੀਆਂ ਨੇ ਉਸ ਦੀ ਜਾਣਕਾਰੀ ਲੈ ਕੇ ਤੁਹਾਡੇ ਵਾਸਤੇ ਆਉਂਦਾ ਹਾਂ, ਤਾਂ ਜੋ ਤੁਹਾਡੇ ਕੋਲ ਇਹ ਜਾਣਕਾਰੀ ਹੋਵੇ। ਤੁਸੀਂ ਵੀ ਜਿਹੜਾ ਹੈ ਪੈਸੇ ਦੀ ਬਰਬਾਦੀ, ਖੱਜਲ ਖੁਆਰੀ ਅਤੇ ਵਕਤ ਦੀ ਬਰਬਾਦੀ ਤੋਂ ਜਿਹੜਾ ਹੈ ਬਚ ਸਕੋ। ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਤਾਂ ਜੋ ਮੈਂ ਤੁਹਾਨੂੰ ਆਗਾਹ ਕਰ ਸਕਾਂ, ਤੁਹਾਨੂੰ ਇਹ ਦੱਸ ਸਕਾਂ ਵੀ ਕਿਸ ਤਰ੍ਹਾਂ ਦਾ ਜਿਹੜਾ ਹੈ ਕੋਰਟ ਦੇ ਵਿੱਚ ਪ੍ਰੋਸੀਜਰ ਚੱਲਦਾ ਹੈ ਅਤੇ ਕੀ ਹੁੰਦਾ ਹੈ, ਤਾਂ ਜੋ ਤੁਸੀਂ ਵੀ ਜਿਹੜਾ ਹੈ ਧੋਖੇਬਾਜ਼ੀ ਤੋਂ ਬਚ ਸਕੋ। ਜਿਹੜਾ ਸੈਟਲਮੈਂਟ ਹੈ 13-20 ਦਾ ਜਿਹੜਾ ਮਿਊਚੁਅਲ ਡਾਈਵੋਰਸ ਹੁੰਦਾ ਹੈ, ਉਸ ਤੋਂ ਪਹਿਲਾਂ ਜਿਹੜੀ ਹੈ ਸੈਟਲਮੈਂਟ ਕੀਤੀ ਜਾਂਦੀ ਹੈ। ਉਸ ਸੈਟਲਮੈਂਟ ਕਰਨ ਵੇਲੇ ਬਹੁਤ ਤੁਸੀਂ ਧਿਆਨ ਨਾਲ ਕਰਨੀ ਹੈ। ਅਗਰ ਮੰਨ ਲਓ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਲਈ ਕੋਈ ਪੈਦਾ ਹੋ ਜਾਂਦੇ ਹਨ, ਤੁਸੀਂ ਸੈਟਲਮੈਂਟ ਵੀ ਕਰ ਲਈ, ਪੈਸੇ ਵੀ ਦੇ ਦਿੱਤੇ ਔਰ ਪਤਨੀ ਜਿਹੜੀ ਹੈ ਉਸ ਆਪਣਾ ਸਹਿਮਤੀ ਤੋਂ ਵਿਡਰਾਅ ਕਰ ਲੇ ਔਰ ਬਿਆਨ ਦੇਣ ਤੋਂ ਮੁੱਕਰ ਜਾਵੇ, ਫਿਰ ਤੁਸੀਂ ਕੀ ਕਰੋਗੇ? ਫਿਰ ਤੁਹਾਡੇ ਕੋਲ ਕੀ ਹਾਲਾਤ ਨੇ? ਫਿਰ ਤੁਹਾਡੇ ਲਈ ਉਹੀ ਪਰੇਸ਼ਾਨੀ ਦਾ ਜਿਹੜਾ ਸਬਬ ਬਣ ਜਾਂਦਾ ਹੈ। ਇਸ ਕਰਕੇ ਜਦੋਂ ਵੀ ਸੈਟਲਮੈਂਟ ਕਰਨੀ ਹੈ, ਸੈਟਲਮੈਂਟ ਕਰਨ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਦੱਸਣ ਲੱਗਿਆ ਹਾਂ, ਇਸ 'ਤੇ ਵਿਚਾਰ ਕਰ ਲਿਓ। ਬਾਅਦ ਦੀ ਪਰੇਸ਼ਾਨੀ ਤੋਂ ਪਹਿਲਾਂ ਹੀ ਤੁਸੀਂ ਕੁਝ ਆਪਣੇ ਆਪ ਨੂੰ ਪਰੇਸ਼ਾਨ ਕਰ ਲਓ, ਤਾਂ ਜੋ ਪੈਸੇ ਦੇਣ ਤੋਂ ਬਾਅਦ ਦੀ ਜਿਹੜੀ ਪਰੇਸ਼ਾਨੀ ਹੈ ਉਹ ਜ਼ਿਆਦਾ ਪਰੇਸ਼ਾਨ ਕਰਦੀ ਹੈ। ਪਹਿਲਾਂ ਦੀ ਪਰੇਸ਼ਾਨੀ ਤਾਂ ਇੰਨੀ ਪਰੇਸ਼ਾਨੀ ਨਹੀਂ ਹੋਏਗੀ ਵੀ ਜੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰ ਸਕੇ। ਸੈਟਲਮੈਂਟ ਕਰਨਾ ਬਹੁਤ ਵਧੀਆ ਗੱਲ ਹੈ। ਇਸ ਦੇ ਨਾਲ ਤੁਹਾਨੂੰ ਜਿਹੜਾ ਹੈ ਮਨ ਦੀ ਬੇਚੈਨੀ ਖਤਮ ਹੋ ਜਾਂਦੀ ਹੈ, ਵਕਤ ਬਚ ਜਾਂਦਾ ਹੈ, ਤੁਹਾਡੀ ਖੱਜਲ ਖੁਆਰੀ ਬਚ ਜਾਂਦੀ ਹੈ। ਲੇਕਿਨ ਸੈਟਲਮੈਂਟ ਕਰਨ ਤੋਂ ਪਹਿਲਾਂ ਜਿਹੜਾ ਹੈ ਪੂਰੀ ਤਰ੍ਹਾਂ ਜੋ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਇਸ 'ਤੇ ਵਿਚਾਰ ਕਰ ਲਿਓ, ਤਾਂ ਜੋ ਤੁਹਾਨੂੰ ਜਿਹੜੀ ਹੈ ਬਾਅਦ ਦੀ ਖੱਜਲ ਖੁਆਰੀ ਤੋਂ ਬਚ ਸਕੋ। ਜਿਹੜੇ ਕੇਸ ਦਾ ਅੱਜ ਮੈਂ ਜ਼ਿਕਰ ਕਰਨ ਲੱਗਿਆ ਹਾਂ ਉਹ ਕੇਸ ਇਸ ਤਰ੍ਹਾਂ ਸੀ, ਪਤਨੀ ਵੱਲੋਂ ਪਤੀ 'ਤੇ ਖਰਚੇ ਦਾ ਕੇਸ ਕੀਤਾ ਗਿਆ। ਜਦੋਂ ਖਰਚਾ ਲੱਗ ਗਿਆ ਤਾਂ ਉਸ ਖਰਚੇ ਦੇ ਖਿਲਾਫ ਪਤੀ ਨੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ। ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਦਾ ਮਸਲਾ ਸੀਗਾ ਉਹ ਮੀਡੀਏਟਰ ਕੋਲ ਭੇਜ ਦਿੱਤਾ ਤਾਂ ਜੋ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਕੋਈ ਸੈਟਲਮੈਂਟ ਹੋ ਸਕੇ। ਮੀਡੀਏਟਰ ਕੋਲ ਜਿਹੜੀ ਸੈਟਲਮੈਂਟ ਹੋਈ ਉਹਦੇ ਵਿੱਚ ਜਿਹੜਾ ਹੈ ਪਤੀ ਵੱਲੋਂ ਪਤਨੀ ਨੂੰ 15 ਲੱਖ ਰੁਪਏ ਦੇਣ ਦਾ ਜਿਹੜਾ ਮੰਨਿਆ ਗਿਆ ਵੀ ਪਤੀ ਜਿਹੜਾ ਹੈ 15 ਲੱਖ ਰੁਪਏ ਪਤਨੀ ਨੂੰ ਦੇਵੇਗਾ ਅਤੇ ਦੋਨਾਂ ਵੱਲੋਂ ਜਿਹੜੀ ਹੈ ਮਿਊਚੁਅਲ ਡਿਵੋਰਸ ਦੀ ਪਟੀਸ਼ਨ ਫਾਈਲ ਕੀਤੀ ਜਾਏਗੀ ਅਤੇ ਇਹ 2 ਕਿਸ਼ਤਾਂ ਵਿੱਚ ਦਿੱਤਾ ਜਾਏਗਾ। ਜਦੋਂ ਇਹ ਸੈਟਲਮੈਂਟ ਜੱਜ ਸਾਹਿਬ ਕੋਲ ਆਈ ਤਾਂ ਉਹਨਾਂ ਨੇ ਹੁਕਮ ਪਾਸ ਕਰ ਦਿੱਤਾ ਕਿ ਦੋਨੋਂ ਧਿਰਾਂ ਇਸ ਸੈਟਲਮੈਂਟ ਟਰਮਸ ਦੀਆਂ ਪਾਬੰਦ ਰਹਿਣਗੀਆਂ ਅਤੇ ਜਿਹੜੀ ਹੈ ਉਹਦੀ ਜਿਹੜੀ ਪਟੀਸ਼ਨ ਸੀ, ਖਰਚੇ ਦੀ ਜਿਹੜੀ ਅਪੀਲ ਕੀਤੀ ਹੋਈ ਸੀ, ਉਹ ਖਰਚ ਕਰ ਦਿੱਤੀ। ਇਸ ਸੈਟਲਮੈਂਟ ਵੱਲੋਂ ਜਿਹੜਾ ਪਤੀ ਨੇ ਸਾਰਿਆਂ ਨਾਲੋਂ ਵੱਡੀ ਗਲਤੀ ਕੀਤੀ ਉਹ ਕੀਤੀ, ਉਸਨੇ 8 ਲੱਖ ਰੁਪਈਆ ਆਪਣੀ ਪਤਨੀ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ। ਕੁਝ ਹਾਲਾਤਾਂ ਕਰਕੇ ਉਹ ਪਤਨੀ ਨੂੰ ਅਪਰੋਚ ਨਹੀਂ ਕਰ ਸਕਿਆ, 13-20 ਦੀ ਪਟੀਸ਼ਨ ਫਾਈਲ ਕਰ ਸਕੇ। ਜਦੋਂ 6 ਮਹੀਨਿਆਂ ਬਾਅਦ ਉਹ ਆਪਣੀ ਪਤਨੀ ਨੂੰ ਅਪਰੋਚ ਕੀਤਾ ਕਿ ਆਪਾਂ 13-20 ਦੀ ਪਟੀਸ਼ਨ ਫਾਈਲ ਕਰ ਦਈਏ ਤਾਂ ਜਿਹੜਾ ਹੈ ਪਤਨੀ ਨੇ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਪਤਨੀ ਨੇ ਸਾਫ਼ ਇਨਕਾਰ ਕਰ ਦਿੱਤਾ, ਉਸ ਨੂੰ ਜਦੋਂ ਹੋਰ ਕੋਈ ਰਸਤਾ ਨਾ ਲੱਭਿਆ ਤਾਂ ਉਹਨੇ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਟੀਸ਼ਨ ਫਾਈਲ ਕਰ ਦਿੱਤੀ।
ਕੰਟੈਂਪਟ ਪਟੀਸ਼ਨ ਦੇ ਵਿੱਚ ਉਸਨੇ ਇਹ ਮਸਲਾ ਉਠਾਇਆ ਕਿ ਜਿਹੜੀ ਪਤਨੀ ਹੈ ਇਸਨੇ ਜਾਣਬੁੱਝ ਕੇ ਜਿਹੜੀ ਸਾਡੀ ਮੀਡੀਏਸ਼ਨ ਦੇ ਵਿੱਚ ਸੈਟਲਮੈਂਟ ਹੋਈ ਸੀ ਉਸ ਨੂੰ ਜਿਹੜਾ ਹੈ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਰਕੇ ਜਿਹੜੀ ਹੈ ਪਤਨੀ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਲੇਕਿਨ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਸਾਫ਼ ਕਹਿ ਦਿੱਤਾ ਕਿ ਜਿਹੜੀ ਹੈ ਪਤਨੀ ਨੇ ਕੋਈ ਕੰਟੈਂਪਟ ਨਹੀਂ ਕੀਤੀ। ਆਪਣੀ ਕੰਸੈਂਟ ਵਾਪਸ ਲੈਣਾ ਜਾਂ ਟਰਮਸ ਤੋਂ ਮੁੱਕਰ ਜਾਣਾ ਜਿਹੜਾ ਹੈ ਉਸਨੇ ਕੋਈ ਜੁਰਮ ਨਹੀਂ ਕੀਤਾ, ਉਸ ਦੇ ਖਿਲਾਫ ਕੋਈ ਕੰਟੈਂਪਟ ਪ੍ਰੋਸੀਡਿੰਗਸ ਨਹੀਂ ਹੋਣਗੀਆਂ। ਇਹ ਉਸ ਦਾ ਜਿਹੜਾ ਹੈ ਕਾਨੂੰਨੀ ਅਧਿਕਾਰ ਹੈ ਵੀ ਉਹ ਆਪਣੀ ਕੰਸੈਂਟ ਨੂੰ ਕਿਸੇ ਵਕਤ ਵੀ ਵਾਪਸ ਲੈ ਸਕਦੀ ਹੈ ਜਦੋਂ ਤੱਕ ਉਹਦਾ ਜਿਹੜਾ ਹੈ ਡਾਈਵੋਰਸ ਨਹੀਂ ਹੋ ਜਾਂਦਾ। ਤੇ ਜਿਹੜੇ ਹੈ 8 ਲੱਖ ਰੁਪਏ ਵੀ ਜਿਹੜਾ ਹੈ ਪਤੀ ਨੂੰ ਵਾਪਸ ਕਰਵਾਉਣ ਤੋਂ ਮਨਾ ਕਰ ਦਿੱਤਾ। ਇਹ ਕਹਿ ਕੇ ਮਨਾ ਕਰ ਦਿੱਤਾ ਕਿ ਜਿਹੜਾ ਹੈ ਪਤੀ ਨੇ 8 ਲੱਖ ਰੁਪਏ ਆਪਣੀ ਮਰਜ਼ੀ ਨਾਲ ਪਤਨੀ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਏ ਸੀ, ਇਸ ਕਰਕੇ ਜਿਹੜਾ ਹੈ ਇਸ ਨੂੰ ਇਹ ਵਾਪਸ ਨਹੀਂ ਮਿਲਣਗੇ। ਇਸ ਦੇ ਨਾਲ ਹੋਰ ਵੀ ਉਹਨਾਂ ਨੇ 2 ਨਿਕਤੇ ਲਿੱਤੇ। ਇੱਥੇ ਹੁਣ ਪਤੀ ਨੇ ਕੀ ਗਲਤੀ ਕੀਤੀ, ਉਹ ਜਿਹੜੀ 8 ਲੱਖ ਦੀ ਪੇਮੈਂਟ ਕਰਨੀ ਚਾਹੀਦੀ ਸੀ ਉਹ ਕੋਰਟ ਦੇ ਵਿੱਚ ਫਸਟ ਮੋਸ਼ਨ ਤੇ ਕਰਨੀ ਚਾਹੀਦੀ ਸੀ। ਅਗਰ ਉਸਨੇ ਇਹ ਨਹੀਂ ਕੀਤੀ ਤਾਂ ਹਾਈ ਕੋਰਟ ਨੇ ਜਿਹੜਾ ਹੈ ਇਹ ਜਿਹੜਾ ਉਹਨੂੰ ਪੈਸੇ ਵਾਪਸ ਦਿਵਾਉਣ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਨਾਲੇ ਇਹ ਵੀ ਆਬਜ਼ਰਵ ਕੀਤਾ ਵੀ ਉਹ ਜਿਹੜੇ ਪੈਸੇ ਹੈ ਕਿਉਂ ਨਹੀਂ ਵਾਪਸ ਦਿਵਾ ਰਹੇ, ਕਿਉਂਕਿ ਪਤਨੀ ਨੇ ਕੋਰਟ ਦੇ ਕਿਸੇ ਹੁਕਮ ਜਾਂ ਡਿਗਰੀ ਦੀ ਜਿਹੜੀ ਹੈ ਉਲੰਘਣਾ ਨਹੀਂ ਕੀਤੀ, ਇਸ ਕਰਕੇ ਉਹਦੇ ਖਿਲਾਫ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ। ਇਹ ਜੋ ਕੁਝ ਵੀ ਕੀਤਾ ਪਤੀ ਵੱਲੋਂ ਇਹ ਜਿਹੜਾ ਹੈ ਕੋਰਟ ਤੋਂ ਬਾਹਰ ਕੀਤਾ ਹੈ ਅਤੇ ਕੋਰਟ ਦੇ ਪ੍ਰੀਮਿਸਿਸ ਦੇ ਅੰਦਰ ਜਾਂ ਕੋਰਟ ਦੇ ਵਿੱਚ ਹਾਜ਼ਰ ਹੋ ਕੇ ਇਹ ਸਾਰਾ ਕੰਮ ਨਹੀਂ ਕੀਤਾ, ਇਸ ਕਰਕੇ ਜਿਹੜਾ ਹੈ ਉਸ ਨੂੰ ਨੁਕਸਾਨ ਉਠਾਉਣਾ ਪਿਆ। ਹਰ ਕੇਸ ਦੇ ਹਾਲਾਤ ਵੱਖਰੇ ਵੱਖਰੇ ਹੁੰਦੇ ਹਨ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਗੱਲ ਹਰ ਕੇਸ 'ਤੇ ਲਾਗੂ ਹੋ ਜਾਵੇ। ਇਸ ਕਰਕੇ ਜਦੋਂ ਵੀ ਤੁਸੀਂ ਕੋਈ ਸੈਟਲਮੈਂਟ ਕਰਨੀ ਹੈ ਤਾਂ ਉਸ ਨੂੰ ਕੋਰਟ ਤੋਂ ਜਿਹੜੀ ਹੈ ਉਹਦੇ ਵਿੱਚ ਜਿਹੜੀ ਮੇਨ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਹੈ ਪੈਸੇ ਦੀ। ਪਤੀ ਵੱਲੋਂ ਪਤਨੀ ਨੂੰ ਕੋਰਟ ਤੋਂ ਬਾਹਰ ਜਿਹੜਾ ਹੈ ਕਦੇ ਵੀ ਕੋਈ ਪੇਮੈਂਟ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਜਿਹੜੀ ਹੈ ਲੜਕੀ ਉਹ ਕਿਸੇ ਟਾਈਮ ਵੀ ਮੁੱਕਰ ਸਕਦੀ ਹੈ। ਅਗਰ ਤੁਸੀਂ ਕੋਈ ਪੇਮੈਂਟ ਕਰਨੀ ਹੈ ਤਾਂ ਉਹ ਕੋਰਟ ਦੇ ਵਿੱਚ ਦੇਣੀ ਹੈ, ਕੋਰਟ ਦੇ ਵਿੱਚ ਚੈੱਕ ਰਾਹੀਂ ਦਿਓ ਜਾਂ ਡਿਮਾਂਡ ਡਰਾਫਟ ਰਾਹੀਂ ਦਿਓ। ਜਿਹੜੀ ਰਿਕਾਰਡਡ ਪੇਮੈਂਟ ਹੈ ਜਿਹੜੀ ਕੋਰਟ ਦੇ ਸਾਹਮਣੇ ਹਾਜ਼ਰ ਹੁੰਦੀ ਹੈ ਔਰ ਕੋਰਟ ਨੂੰ ਪਤਾ ਲੱਗਦਾ ਹੈ ਵੀ ਹਾਂ ਇਹ ਪੇਮੈਂਟ ਕੀਤੀ ਹੋਈ ਹੈ, ਤਾਂ ਹੀ ਉਸ ਕੇਸ ਦੇ ਵਿੱਚ ਜਿਹੜੀ ਹੈ ਕੋਰਟ ਕੋਈ ਉਹਦੇ ਖਿਲਾਫ ਕਾਰਵਾਈ ਕਰਦੀ ਹੈ। ਅਦਰਵਾਈਜ਼ ਬਿਨਾਂ ਪ੍ਰੂਫ ਦੇ ਬਿਨਾਂ ਸਬੂਤ ਦੇ ਕੋਰਟ ਕੋਈ ਕਾਰਵਾਈ ਨਹੀਂ ਕਰਦੀ। ਜਦੋਂ ਵੀ ਕੋਰਟ ਦੇ ਵਿੱਚ ਪਹਿਲਾ ਬਿਆਨ ਹੁੰਦਾ ਹੈ ਔਰ ਉਸ ਦੇ ਵਿੱਚ ਜਿਹੜੀ ਤੁਸੀਂ ਇਹ ਸੈਟਲਡ ਅਮਾਊਂਟ ਦੇਣੀ ਚਾਹੁੰਦੇ ਹੋ ਤਾਂ ਉਸ ਦੇ ਬਿਆਨ ਦੇ ਵਿੱਚ ਇਹ ਗੱਲ ਜ਼ਰੂਰ ਲਿਖਾਓ ਕਿ ਜਿਹੜੀ ਹੈ ਅਗਰ ਦੂਸਰੇ ਬਿਆਨ ਦੇਣ ਵਾਸਤੇ ਲੜਕੀ ਨਾ ਆਈ ਜਾਂ ਆਪਣੀ ਕੰਸੈਂਟ ਵਿਡਰਾ ਕਰਦੀ ਹੈ ਤਾਂ ਜਿਹੜੇ ਉਸਨੇ ਪੈਸੇ ਲਿੱਤੇ ਹਨ ਉਹ ਪੈਸੇ ਵਾਪਸ ਦੇਣ ਦੀ ਪਾਬੰਦ ਹੋਏਗੀ। ਉਸ ਦੇ ਬਿਆਨ ਦੇ ਵਿੱਚ ਉਸ ਦੀ ਅੰਡਰਟੇਕਿੰਗ ਹੋਣੀ ਚਾਹੀਦੀ ਹੈ ਔਰ ਕੋਰਟ ਦੇ ਹੁਕਮ ਦੇ ਵਿੱਚ ਵੀ ਇਹ ਗੱਲ ਲਿਖੀ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਦੋਨੋਂ ਧਿਰਾਂ ਨੇ ਆਪਣੇ ਬਿਆਨ ਦੀਆਂ ਪਾਬੰਦ ਰਹਿਣਗੀਆਂ ਤਾਂ ਹੀ ਕੋਰਟ ਵੱਲੋਂ ਜਿਹੜੀ ਹੈ ਕੋਈ ਸਿਵਲ ਡਿਸਓਬੀਡੀਐਂਸ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਪੈਸੇ ਵਾਪਸ ਦਿਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਅਦਰਵਾਈਜ਼ ਕੋਰਟ ਵੱਲੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਏਗੀ। ਜਿਸ ਤਰ੍ਹਾਂ ਜਿਹੜੀ ਮੈंने ਉੱਪਰ ਜਿਹੜਾ ਹੈ ਫੈਸਲੇ ਬਾਰੇ ਜ਼ਿਕਰ ਕੀਤਾ, ਜਦੋਂ ਵੀ ਇਸ ਤਰ੍ਹਾਂ ਦੀ ਤੁਸੀਂ ਕੋਈ ਰਕਮ ਦੇਣੀ ਹੈ ਜਾਂ ਪੇਮੈਂਟ ਕਰਨੀ ਹੈ ਤਾਂ ਇਸ ਨੂੰ 2 ਹਿੱਸਿਆਂ ਦੇ ਵਿੱਚ ਵੰਡਣਾ ਹੈ। ਪਹਿਲੇ ਬਿਆਨ ਤੇ ਪੇਮੈਂਟ ਦੇਣੀ ਹੈ ਅਤੇ ਦੂਸਰੇ ਬਿਆਨ ਤੇ ਪੇਮੈਂਟ ਦੇਣੀ ਹੈ। ਕੋਸ਼ਿਸ਼ ਕਰੋ ਪਹਿਲੇ ਬਿਆਨ ਤੇ ਜਿਹੜੀ ਪੇਮੈਂਟ ਤੁਸੀਂ ਦੇਣੀ ਹੈ ਉਹ 25% ਤੋਂ ਲੈ ਕੇ 50% ਦੇ ਵਿੱਚ ਹੋਣੀ ਚਾਹੀਦੀ ਹੈ। ਕਿਸੇ ਵੀ ਹਾਲਾਤ ਦੇ ਵਿੱਚ ਇਹਨੂੰ 50% ਤੋਂ ਵੱਧ ਦੇਣ ਵਾਸਤੇ ਤੁਸੀਂ ਕਦੇ ਨਾ ਮੰਨਿਓ। ਪਤੀ ਜਾਂ ਪਤਨੀ ਵੱਲੋਂ ਜਿਹੜੀ ਆਪਣੀ ਕੰਸੈਂਟ ਦਿੱਤੀ ਹੋਈ ਹੈ ਉਸ ਨੂੰ ਵਿਡਰਾ ਕਰਨ ਦਾ ਦੋਨਾਂ ਨੂੰ ਪੂਰਾ ਜਿਹੜਾ ਹੈ ਕਾਨੂੰਨੀ ਅਧਿਕਾਰ ਹੈ ਔਰ ਇਹ ਕਾਨੂੰਨੀ ਅਧਿਕਾਰ ਕਿਸੇ ਵੀ ਹੁਕਮ ਰਾਹੀਂ ਜਿਹੜਾ ਹੈ ਖਤਮ ਨਹੀਂ ਕੀਤਾ ਜਾ ਸਕਦਾ। ਹਿੰਦੂ ਮੈਰਿਜ ਐਕਟ ਦੇ ਵਿੱਚ ਸੈਕਸ਼ਨ 13 ਦੇ ਵਿੱਚ ਹੀ ਇਹ ਜਿਹੜਾ ਹੈ ਅਧਿਕਾਰ ਦਿੱਤਾ ਗਿਆ ਹੈ। ਭਾਵੇਂ ਡਿਵੀਜ਼ਨ ਬੈਂਚ ਨੇ ਉਸ ਕੇਸ ਦੇ ਵਿੱਚ ਡਾਇਰੈਕਸ਼ਨ ਦਿੱਤੀਆਂ ਸੀਗੀਆਂ ਵੀ ਦੋਨੋਂ ਧਿਰਾਂ ਆਪਣੀਆਂ ਟਰਮਸ ਦੀਆਂ ਪਾਬੰਦ ਰਹਿਣਗੀਆਂ, ਪਰੰਤੂ ਇਸ ਹੁਕਮ ਦੇ ਨਾਲ ਜਿਹੜਾ ਹੈ ਸਟੈਚੂਟਰੀ ਰਾਈਟ ਜੋ ਕੰਸੈਂਟ ਵਿਡਰਾ ਕਰਨ ਦਾ ਹੈ ਉਹ ਖਤਮ ਨਹੀਂ ਕੀਤਾ ਜਾ ਸਕਦਾ। ਇਸ ਅਥਾਰਟੀ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ। ਅਗਰ ਤੁਹਾਡੀ ਕੋਈ ਕਾਨੂੰਨੀ ਸਮੱਸਿਆ ਹੈ ਤਾਂ ਤੁਸੀਂ ਇਸ ਦੇ ਬਾਰੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਔਰ ਜਿਹੜੀ ਜੱਜਮੈਂਟ ਦਾ ਜ਼ਿਕਰ ਕੀਤਾ ਹੈ ਮੈंने ਉਸ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਸ ਦਾ ਜੋ ਡਿਟੇਲਸ ਹੈ ਮੈंने ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤੀ।